Hello students, good morning. How are you all students? Okay, you are fine. Let us discuss today's programs of the subject SST. ਸਭ ਤੋਂ ਪਹਿਲਾਂ ਡੀਡੀ ਪੰਜਾਬੀ ਦੇ ਪ੍ਰੋਗਰਾਮ ਤੁਹਾਨੂੰ ਦੱਸ ਰਿਹਾ ਹਾਂ। ਅੱਜ 11:04 ਤੇ 9ਵੀਂ ਕਲਾਸ ਦਾ ਲੈਸਨ ਆਏਗਾ ਇੱਕ ਪਿੰਡ ਦੀ ਕਹਾਣੀ ਭਾਗ ਤੀਜਾ। ਇਹ ਲੈਸਨ ਮੁਹੰਮਦ ਅਖਲਾਕ ਸਰ ਲੈਣਗੇ ਸੰਗਰੂਰ ਵਾਲੇ। ਠੀਕ ਹੈ ਬੇਟਾ, ਆਈ ਵਿਲ ਰਿਪੀਟ। 11:04 ਤੇ 9ਵੀਂ ਕਲਾਸ ਇੱਕ ਪਿੰਡ ਦੀ ਕਹਾਣੀ, ਇਸ ਦਾ ਤੀਸਰਾ ਭਾਗ ਆਏਗਾ। ਇਹ ਅਰਥ ਸ਼ਾਸਤਰ ਦਾ ਲੈਸਨ ਪਹਿਲਾਂ ਵੀ ਚੱਲ ਰਿਹਾ ਹੈ, ਉਸ ਦੀ ਤੀਸਰੀ ਕੜੀ ਹੈ। ਉਸ ਤੋਂ ਬਾਅਦ 1:10 ਤੇ 10ਵੀਂ ਦਾ ਲੈਸਨ ਆਏਗਾ ਮੁੱਢਲੀਆਂ ਧਾਰਨਾਵਾਂ, ਚੌਥਾ ਭਾਗ। ਇਹ ਲੈਸਨ ਦਵਿੰਦਰ ਸ਼ਰਮਾ ਸਰ ਲੈਣਗੇ ਕਪੂਰਥਲੇ ਤੋਂ। ਰਿਪੀਟ ਕਰ ਰਿਹਾ, 10ਵੀਂ ਕਲਾਸ ਮੁੱਢਲੀਆਂ ਧਾਰਨਾਵਾਂ 1:10 ਤੇ। ਠੀਕ ਹੈ ਬੇਟਾ। ਉਸ ਤੋਂ ਬਾਅਦ ਇੱਕ ਲੈਸਨ ਭੂਗੋਲ ਦਾ ਆਏਗਾ ਜਿਹੜਾ ਕਿ 9ਵੀਂ 10ਵੀਂ ਦੋਨਾਂ ਲਈ ਹੀ ਇੰਪੋਰਟੈਂਟ ਹੈ। 3:17 ਤੇ ਦੁਪਹਿਰੇ ਡੀਡੀ ਪੰਜਾਬੀ ਦੇ। ਇਹ ਤਜਿੰਦਰ ਸਰ ਲੈਣਗੇ, ਤਜਿੰਦਰ ਸਰ ਤਰਨਤਾਰਨ ਤੋਂ। ਸੋ ਇਹ ਲੈਸਨ ਵੀ ਬੜਾ ਇੰਪੋਰਟੈਂਟ ਹੈ। ਲੈਸਨ ਦਾ ਨਾਮ ਹੈ ਨੇਚਰ ਐਂਡ ਸਕੋਪ ਆਫ ਜਿਓਗ੍ਰਾਫੀ। ਠੀਕ ਹੈ, ਨੇਚਰ ਐਂਡ ਸਕੋਪ ਆਫ ਜਿਓਗ੍ਰਾਫੀ, ਦੁਪਹਿਰੇ 3:17 ਤੇ। ਇਸ ਨੂੰ ਤੁਸੀਂ ਆਪਣੀ ਡਾਇਰੀ ਤੇ ਨੋਟ ਕਰੋ ਤਾਂ ਕਿ ਤੁਹਾਨੂੰ ਯਾਦ ਰਹੇ ਉਸ ਟਾਈਮ ਟੈਲੀਵਿਜ਼ਨ ਤੇ ਦੇਖਣਾ। ਉਸ ਤੋਂ ਬਾਅਦ ਸਵੈਮ ਪ੍ਰਭਾ ਟੀਵੀ ਦੇ ਪ੍ਰੋਗਰਾਮ ਦੱਸ ਰਿਹਾ। ਸਭ ਤੋਂ ਪਹਿਲਾਂ 9:30 ਸਵੇਰੇ 7ਵੀਂ ਕਲਾਸ ਦਾ ਲੈਸਨ ਆਏਗਾ ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ। ਠੀਕ ਹੈ, 7ਵੀਂ ਕਲਾਸ ਸਵੇਰੇ 9:30 ਧਰਤੀ ਦਾ ਅੰਦਰੂਨੀ ਅਤੇ ਬਾਹਰੀ ਰੂਪ। ਉਸ ਤੋਂ ਬਾਅਦ 10:30 8ਵੀਂ ਦਾ ਬਸਤੀਵਾਦੀ ਪ੍ਰਸ਼ਾਸਨ ਅਤੇ ਸੈਨਾ। ਓਕੇ, 8th ਕਲਾਸ ਦਾ ਲੈਸਨ SST ਦਾ 10:30 ਆਏਗਾ ਬਸਤੀਵਾਦੀ ਪ੍ਰਸ਼ਾਸਨ ਅਤੇ ਸੈਨਾ। ਤੇ ਸ਼ਾਮ ਨੂੰ 4:30 6ਵੀਂ ਦਾ ਲੈਸਨ ਆਏਗਾ ਗਲੋਬ ਧਰਤੀ ਦਾ ਮਾਡਲ। ਇਹ ਤਿੰਨੋਂ ਹੀ ਲੈਸਨ 6ਵੀਂ 7ਵੀਂ 8ਵੀਂ ਦੇ ਜਿਹੜੇ ਚੱਲ ਰਹੇ ਨੇ ਉਹਨਾਂ ਦੀਆਂ ਅਗਲੀਆਂ ਕੜੀਆਂ। ਤੇ ਇਹ ਤੁਸੀਂ ਦੇਖਣੇ ਆ ਲੈਸਨ ਸਵੈਮ ਪ੍ਰਭਾ 20 ਚੈਨਲ ਤੇ, ਜਿਸ ਤੇ ਤੁਸੀਂ ਅੱਗੇ ਵੀ ਦੇਖਦੇ ਹੋ। ਤੋ 9:30 ਸਵੇਰੇ 7ਵੀਂ, 10:30 8ਵੀਂ ਤੇ 4:30 6ਵੀਂ ਕਲਾਸ ਦਾ। ਠੀਕ ਹੈ। ਇਸ ਤੋਂ ਇਲਾਵਾ ਇੱਕ ਆਪਸ਼ਨ ਸਾਡੇ ਕੋਲ ਹੋਰ ਹੈ FM ਰੇਡੀਓ ਤੇ, ਆਲ ਇੰਡੀਆ ਰੇਡੀਓ ਦਾ ਪਟਿਆਲਾ ਚੈਨਲ FM 100.2 FM 100.2 ਤੇ 9ਵੀਂ ਕਲਾਸ ਦਾ ਅੱਜ ਲੈਸਨ ਹੈ SST ਦਾ 11:30 ਤੇ ਸਵੇਰੇ ਪੰਜਾਬ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ ਭਾਗ ਪਹਿਲਾ। 9th ਕਲਾਸ 11:30 ਸਵੇਰੇ ਪੰਜਾਬ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ ਪਹਿਲਾ ਭਾਗ। ਇਹ ਲੈਸਨ ਰੇਡੀਓ ਤੇ ਆਏਗਾ। ਪ੍ਰਭਜੋਤ ਕੌਰ ਮੈਡਮ ਗੁਰਦਾਸਪੁਰ ਤੋਂ ਇਹ ਲੈਸਨ ਤੁਹਾਨੂੰ ਦੇਣਗੇ। ਸੋ ਇਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਇਹਦੀਆਂ ਡੇਲੀ ਡੋਜ਼ਿਸ। ਸਭ ਤੋਂ ਪਹਿਲਾਂ 6ਵੀਂ ਕਲਾਸ ਹੜੱਪਾ ਸੱਭਿਅਤਾ, ਇਹ ਲੈਸਨ ਚੱਲ ਰਿਹਾ ਹੈ ਤੇ ਉਸ ਦੇ ਵਿੱਚ ਅੱਗੇ ਡਿਸਕਸ ਕਰਾਂਗੇ ਕੁਝ ਚੀਜ਼ਾਂ, ਜਿਸ ਤਰ੍ਹਾਂ ਸਾਨੂੰ ਪੁਰਾਤੱਤਵ ਨਾਲ ਸੰਬੰਧਿਤ ਕੁਝ ਜਿਹੜੇ ਉੱਥੇ ਸਮਾਨ ਮਿਲਿਆ, ਜਿਹੜੇ ਪਦਾਰਥ ਮਿਲੇ, ਉਹਨਾਂ ਤੋਂ ਪਤਾ ਲੱਗ ਰਿਹਾ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ, ਉਹਨਾਂ ਦੀ ਜੀਵਨ ਸ਼ੈਲੀ ਕਿਸ ਤਰ੍ਹਾਂ ਦੀ ਸੀ। ਉਸ ਦਾ ਅੱਗੇ ਡਿਸਕਸ ਕਰਦੇ ਹਾਂ ਕਿ ਇੱਕ ਪੱਥਰ ਦਾ ਬਣਿਆ ਹੋਇਆ ਰਾਜਾ ਮਿਲਿਆ ਹੈ। ਠੀਕ ਹੈ, ਉੱਥੇ ਹੋਰ ਧਾਗੇ ਨਾਲ ਖਿੱਚੀਆਂ ਜਾਣ ਵਾਲੀਆਂ ਮਿੱਟੀ ਦੀਆਂ ਗੱਡੀਆਂ ਮਿਲੀਆਂ ਨੇ। ਕੁਝ ਮੁਦਰਾਵਾਂ ਮਿਲੀਆਂ ਜਿਨ੍ਹਾਂ ਦੇ ਉੱਪਰ ਜਾਨਵਰਾਂ ਦੇ ਚਿੱਤਰ ਬਣੇ ਹੋਏ ਨੇ। ਠੀਕ ਹੈ, ਤੇ ਕੁਝ ਮੁਦਰਾਵਾਂ ਐਸੀਆਂ ਜਿਨ੍ਹਾਂ ਉੱਪਰ ਪਸ਼ੂਪਤੀ ਸ਼ਿਵ ਜਾਂ ਪਿੱਪਲ ਦੇ ਦਰਖਤ ਦੀਆਂ ਤਸਵੀਰਾਂ ਬਣੀਆਂ ਹੋਈਆਂ। ਤੇ ਉਸ ਟਾਈਮ ਜਿਹੜੀ ਲਿਪੀ ਸਾਨੂੰ ਮਿਲੀ ਹੈ, ਜਿਸ ਨੂੰ ਕਿ ਹਾਲੇ ਪੜ੍ਹਿਆ ਨਹੀਂ ਜਾ ਸਕਿਆ, ਜਿਹੜੀ ਕਿ ਚਿਤਰਾਤਮਕ ਲਿਪੀ ਹੈ, ਉਸਨੂੰ ਚਿੱਤਰ ਲਿਪੀ ਵੀ ਕਹਿੰਦੇ ਨੇ, ਜਿਸ ਤੋਂ ਪਤਾ ਲੱਗਦਾ ਕਿ ਹੜੱਪਾ ਸੱਭਿਅਤਾ ਦੇ ਲੋਕਾਂ ਦਾ ਲਿਖਣ ਦੀ ਕਲਾ ਦਾ ਵੀ ਜਾਚ ਸੀਗੀ, ਉਹਨਾਂ ਨੂੰ ਗਿਆਨ ਸੀ। ਤੇ ਇਸ ਦਾ ਅਭਿਆਸ ਕਾਪੀਆਂ ਤੇ ਕਰ ਲਿਓ। ਤੇ 7th ਕਲਾਸ ਦਾ ਚੈਪਟਰ ਚੱਲ ਰਿਹਾ ਹੈ ਪਾਠ ਨੰਬਰ 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ। ਇਹਦੇ ਉੱਪਰ ਹੀ ਅੱਜ ਟੀਵੀ ਤੇ ਲੈਸਨ ਵੀ ਹੈ ਸਵੈਮ ਪ੍ਰਭਾ ਤੇ ਉਹੀ ਡੇਲੀ ਡੋਜ਼ ਉਹਦੇ ਨਾਲ ਰਿਲੇਟਿਡ ਹੈ। ਅੱਜ ਤੁਸੀਂ ਪੜ੍ਹਨਾ ਹੈ ਬਾਹਰ ਵੇਦੀ ਅਗਨੀ ਚਟਾਨਾਂ ਕਿਸ ਨੂੰ ਕਹਿੰਦੇ ਹਨ। ਠੀਕ ਹੈ,
ਧਰਤੀ ਦੇ ਅੰਦਰੋਂ ਜਿਹੜਾ ਮੈਗਮਾ ਜਦੋਂ ਬਹੁਤ ਗਰਮ ਹੋ ਕੇ, ਮੈਗਮਾ ਮਤਲਬ ਲਾਵਾ, ਬਹੁਤ ਗਰਮ ਹੋ ਕੇ ਬਾਹਰ ਨਿਕਲਦਾ ਹੈ ਤੇ ਧਰਤੀ ਦੇ ਨਰਮ ਜਗ੍ਹਾ ਤੋਂ ਬਾਹਰ ਨਿਕਲਣ ਤੋਂ ਬਾਅਦ ਵਿੱਚ ਬਾਹਰ ਠੰਡਾ ਹੋ ਜਾਂਦਾ ਹੈ ਤੇ ਜਿਹੜੀਆਂ ਚਟਾਨਾਂ ਬਣਦੀਆਂ ਨੇ ਉਹਨਾਂ ਨੂੰ ਅਸੀਂ ਬਾਹਰ ਵੇਦੀ ਚਟਾਨਾਂ ਕਹਿੰਦੇ ਹਾਂ। ਠੀਕ ਹੈ, ਜਿਹੜੇ ਅਗਨੀ ਚਟਾਨਾਂ ਜਾਂ ਜਵਾਲਾਮੁਖੀ ਤੋਂ ਬਣਨ ਵਾਲੀਆਂ ਚਟਾਨਾਂ ਹੁੰਦੀਆਂ ਨੇ ਉਹਦੇ ਬਾਰੇ ਗੱਲ ਕਰ ਰਹੇ ਹਾਂ। ਤੇ ਜਿਹੜਾ ਸਾਡੇ ਦੇਸ਼ ਦਾ, ਭਾਰਤ ਦਾ ਦੱਖਣੀ ਪਠਾਰ ਹੈ ਉਹ ਇਸੇ ਤਰ੍ਹਾਂ ਹੀ ਬਣਾਇਆ ਹੈ, ਯਾਨੀ ਕਿ ਦੱਖਣੀ ਪਠਾਰ ਦੀਆਂ ਚਟਾਨਾਂ ਅਗਨੀ ਚਟਾਨਾਂ ਹੀ ਹਨ। ਠੀਕ ਹੈ, ਇਹਦਾ ਅਭਿਆਸ ਬੜਾ ਸਰਲ ਹੈ, ਇਸ ਨੂੰ ਤੁਸੀਂ ਆਪਣੀ ਕਾਪੀਆਂ 'ਤੇ ਲਿਖ ਲਿਓ ਤੇ ਉਹਨਾਂ ਦੀਆਂ ਪਿਕਚਰਸ ਮੈਨੂੰ ਸੈਂਡ ਕਰ ਦੇਣਾ। ਓਕੇ, ਨਾਓ 8th ਕਲਾਸ ਪਾਠ ਨੰਬਰ 1 ਭੂਗੋਲ ਦਾ ਸਾਧਨ, ਕਿਸਮਾਂ ਅਤੇ ਸਾਂਭ ਸੰਭਾਲ। ਉਸ ਦੇ ਵਿੱਚ ਜਿਹੜਾ ਅੱਜ ਦਾ ਟੌਪਿਕ ਹੈ ਉਹ ਹੈਗਾ ਜੀਵ ਅਤੇ ਨਿਰਜੀਵ ਸਾਧਨ। ਠੀਕ ਹੈ, ਸਾਧਨਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਕਿਸਮਾਂ ਅਸੀਂ ਡਿਸਕਸ ਕਰ ਰਹੇ ਹਾਂ। ਜਿਵੇਂ ਕੱਲ੍ਹ ਸੀਗਾ ਕੁਦਰਤੀ ਅਤੇ ਗੈਰ ਕੁਦਰਤੀ, ਅੱਜ ਜੀਵ ਅਤੇ ਨਿਰਜੀਵ। ਜੀਵ ਸਾਧਨ ਕਿਹੜੇ ਹੁੰਦੇ ਨੇ? ਜਿਨ੍ਹਾਂ ਵਿੱਚ ਜਾਨ ਹੁੰਦੀ ਹੈ, ਜਿਸ ਤਰ੍ਹਾਂ ਜੀਵ ਜੰਤੂ, ਪੇੜ ਪੌਦੇ। ਠੀਕ ਹੈ, ਤੇ ਨਿਰਜੀਵ ਸਾਧਨ ਜਿਹੜੇ ਜਿਵੇਂ ਕਿ ਖਣਿਜ ਪਦਾਰਥ, ਸੂਰਜ, ਪਾਣੀ, ਇਹ ਸਭ ਨਿਰਜੀਵ ਸਾਧਨ ਨੇ। ਸੋ ਅੱਜ ਇਸ ਬਾਰੇ ਹੀ ਗੱਲ ਕੀਤੀ ਗਈ ਹੈ। ਤੇ ਸਟੂਡੈਂਟਸ ਕਲਾਸ 9th ਅਰਥ ਸ਼ਾਸਤਰ ਦਾ ਜਿਹੜਾ ਲੈਸਨ ਤੁਹਾਡਾ ਚੱਲ ਰਿਹਾ ਹੈ, ਇੱਕ ਪਿੰਡ ਦੀ ਕਹਾਣੀ, ਜਿਸ ਦੇ ਉੱਪਰ ਤੁਹਾਡਾ ਅੱਜ TV ਤੇ ਲੈਸਨ ਵੀ ਹੈ। ਇੱਕ ਪਿੰਡ ਦੀ ਕਹਾਣੀ ਦੇ ਵਿੱਚ ਅਰਥ ਵਿਵਸਥਾ ਜਾਂ ਅਰਥ ਸ਼ਾਸਤਰ ਦੀਆਂ ਮੁੱਢਲੀਆਂ ਧਾਰਨਾਵਾਂ ਨੂੰ ਡਿਸਕਸ ਕੀਤਾ ਗਿਆ ਹੈ, ਜਿਸ ਵਿੱਚ ਕਰੰਸੀ ਬਾਰੇ ਗੱਲ ਕਰਾਂਗੇ ਅੱਜ, ਤੁਸ਼ਟੀਕਰਨ ਬਾਰੇ, ਸਾਧਨਾ ਬਾਰੇ। ਠੀਕ ਹੈ, ਕੀਮਤ ਕਿਸ ਨੂੰ ਕਹਿੰਦੇ ਨੇ। ਤੇ ਅੱਜ ਕੱਲ੍ਹ ਔਨਲਾਈਨ ਸ਼ੋਪਿੰਗ ਦਾ ਟ੍ਰੈਂਡ ਚੱਲ ਰਿਹਾ ਹੈ, ਤੁਸੀਂ ਵੀ ਸ਼ੋਪਿੰਗ ਕੀਤੀ ਹੋਣੀ ਹੈ ਔਨਲਾਈਨ, ਹੈ ਨਾ, ਉਹਦੇ ਬਾਰੇ ਵੀ ਕੁਛ ਨਾ ਕੁਛ ਗੱਲ ਕੀਤੀ ਜਾਏਗੀ। ਸੋ ਦਿਸ ਚੈਪਟਰ ਇਜ਼ ਗੋਇੰਗ ਟੂ ਬੀ ਵੈਰੀ ਇੰਟਰਸਟਿੰਗ ਟੂਡੇ। ਕਲਾਸ 10th, ਇਹ ਵੀ ਮੁੱਢਲੀਆਂ ਧਾਰਨਾਵਾਂ ਨੇ। ਸੋ ਇੱਕ ਇੰਪੋਰਟੈਂਟ ਗੱਲ ਇਹ ਹੈ ਬੇਟਾ, ਦੋਨੋਂ 9ਵੀਂ ਤੇ 10ਵੀਂ ਕਲਾਸ, ਤੇ ਮੈਂ ਤਾਂ ਇਹ ਚਾਹਾਂਗਾ ਕਿ 9ਵੀਂ ਤੇ 10ਵੀਂ ਦੇ ਜਿਹੜੇ ਲੈਸਨ ਆ ਰਹੇ ਨੇ ਜਾਂ ਜੋ ਡੇਲੀ ਡੋਜ਼ ਆ ਰਹੀ ਹੈ, ਤੁਸੀਂ ਦੋਨੋਂ ਹੀ ਕਲਾਸਾਂ ਇੱਕ ਦੂਜੇ ਦਾ ਸਿਲੇਬਸ ਅਟੈਂਡ ਜ਼ਰੂਰ ਕਰਿਆ ਕਰੋ। ਤੁਹਾਡਾ ਸਿਲੇਬਸ ਆਪਸ ਵਿੱਚ ਰਲਦਾ ਹੈ। ਮੁੱਢਲੀਆਂ ਧਾਰਨਾਵਾਂ 10ਵੀਂ ਕਲਾਸ ਦੇ ਵਿੱਚ ਅੱਜ ਕੁਝ ਅਭਿਆਸ ਦੇ ਪ੍ਰਸ਼ਨ ਨੇ, ਜਿਵੇਂ ਆਯਾਤ ਅਤੇ ਨਿਰਯਾਤ ਨਾਲ ਸੰਬੰਧਿਤ ਹੈਗੇ ਹੈ। ਠੀਕ ਹੈ, ਸ਼ਾਖ ਨਿਯੰਤਰਣ ਬਾਰੇ ਗੱਲ ਕੀਤੀ ਜਾਏਗੀ, ਵਿਦੇਸ਼ੀ ਕਰਜ਼ੇ। ਓਕੇ, ਤੋ ਇਸ ਤੋਂ ਬਾਅਦ ਨੈਕਸਟ ਅੱਜ ਦਾ ਸ਼ਬਦ। ਅੱਜ ਦਾ ਸ਼ਬਦ ਜਿਹੜਾ ਹੈ ਉਹ ਆਇਆ ਹੈ ਪਰਵਾਨਾ। ਅੱਜ ਦਾ ਸ਼ਬਦ 6ਵੀਂ ਤੋਂ ਲੈ ਕੇ 10ਵੀਂ ਤੱਕ ਸਾਰੇ ਸਟੂਡੈਂਟਸ ਨੇ ਲਿਖਣਾ ਹੈ, ਈਵਨ +2 ਤੱਕ। ਠੀਕ ਹੈ, ਪਰਵਾਨਾ ਸ਼ਬਦ ਜਿਹੜਾ ਕਿ ਫਾਰਸੀ ਭਾਸ਼ਾ ਦਾ ਸ਼ਬਦ ਹੈ। ਪਰਵਾਨਾ ਕਿਸ ਨੂੰ ਕਹਿੰਦੇ ਨੇ? ਪਰਵਾਨਾ ਇੱਕ ਖੰਭਾਂ ਵਾਲਾ ਛੋਟਾ ਜਿਹਾ ਜੀਵ ਹੁੰਦਾ ਹੈ ਜਾਂ ਇੱਕ ਕੀੜਾ ਹੁੰਦਾ ਹੈ, ਜਿਹੜਾ ਕਿ ਮੋਮਬੱਤੀ ਜਾਂ ਸ਼ਮਾ ਦੀ ਲਾਟ ਤੋਂ ਆਕਰਸ਼ਿਤ ਹੋ ਕੇ ਉਸ ਦੇ ਨਜ਼ਦੀਕ ਚੱਲ ਜਾਂਦਾ ਹੈ ਅਤੇ ਬਾਅਦ ਵਿੱਚ ਸੜ ਕੇ ਮਰ ਜਾਂਦਾ ਹੈ। ਇਸ ਨੂੰ ਪਤੰਗਾ ਵੀ ਕਹਿੰਦੇ ਨੇ, ਇਸ ਨੂੰ ਭਮੱਕੜ ਵੀ ਕਹਿੰਦੇ ਆ। ਠੀਕ ਹੈ, ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਆਜ਼ਾਦੀ ਦੇ ਪਰਵਾਨੇ ਕਿਹਾ ਜਾਂਦਾ ਹੈ, ਕਿਉਂਕਿ ਉਹ ਦੇਸ਼ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਨੇ। ਇਸ ਤੋਂ ਇਲਾਵਾ ਪੁਲਿਸ ਹਿਰਾਸਤ ਵਿੱਚ ਲੈਣ ਲਈ ਜਿਹੜਾ ਆਗਿਆ ਪੱਤਰ ਹੁੰਦਾ ਹੈ ਜਾਂ ਗ੍ਰਿਫਤਾਰੀ ਦਾ ਜਿਹੜਾ ਵਾਰੰਟ ਹੁੰਦਾ ਹੈ, ਉਸ ਨੂੰ ਵੀ ਪਰਵਾਨਾ ਕਹਿੰਦੇ ਨੇ। ਤੇ ਕਾਗਜ਼ ਦੇ ਉੱਪਰ ਲਿਖੇ ਹਾਕਮਾਂ ਦਾ ਜਿਹੜਾ ਹੁਕਮ ਹੁੰਦਾ ਉਸ ਨੂੰ ਵੀ ਪਰਵਾਨਾ ਕਹਿੰਦੇ ਆ। ਤੇ ਇੱਕ ਹੋਰ ਹੈਗਾ, ਜੇ ਸਫ਼ਰ ਕਰਨ ਲੱਗਿਆ ਜਿਹੜੀ ਲਿਖਤੀ ਆਗਿਆ ਸਾਨੂੰ ਮਿਲਦੀ ਹੈ ਉਸ ਨੂੰ ਪਰਵਾਨਾ ਰਾਹਦਾਰੀ ਕਿਹਾ ਜਾਂਦਾ ਹੈ। ਸੋ ਪਰਵਾਨਾ ਸ਼ਬਦ ਦੇਖੋ ਕਿੰਨੀਆਂ ਥਾਵਾਂ ਤੇ ਵਰਤਿਆ ਜਾ ਰਿਹਾ ਹੈ। ਤੇ ਪੰਜਾਬੀ ਦੀ 9ਵੀਂ ਦੀ ਜਿਹੜੀ ਬੁੱਕ ਹੈ ਸਾਹਿਤ ਮਾਲਾ, ਉਹਦੇ ਵਿੱਚ ਵਿਧਾਤਾ ਸਿੰਘ ਤੀਰ ਨੇ ਇੱਕ ਕਵਿਤਾ ਲਿਖੀ ਹੈ ਨੌਜਵਾਨ ਹਿੰਦੀ ਨੂੰ। ਇਸ ਵਿੱਚ ਪਰਵਾਨਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਠੀਕ ਹੈ, ਉਹ ਪੋਇਟਰੀ ਦੀਆਂ 4 ਲਾਈਨਾਂ ਤੁਸੀਂ ਖੁਦ ਦੇਖ ਲੈਣਾ, ਨਹੀਂ ਤਾਂ ਵਾਇਸ ਮੈਸੇਜ ਬਹੁਤ ਵੱਡਾ ਹੋ ਜਾਏਗਾ। ਤੇ ਨੈਕਸਟ ਵੋਕੈਬਲਰੀ ਇੰਗਲਿਸ਼ ਦੀ, ਅੱਜ ਦਾ ਜਿਹੜਾ ਰੂਟ ਵਰਡ ਹੈ ਉਹ ਹੈਗਾ ਕਲੈਰ। ਕਲੈਰ ਸ਼ਬਦ ਤੋਂ ਦੇਖਦੇ ਆ ਕਿਹੜੇ ਕਿਹੜੇ ਵਰਡ ਬਣਦੇ ਨੇ। ਇੱਕ ਤਾਂ ਹੈਗਾ ਕਲੈਰਿਟੀ। ਕਲੈਰਿਟੀ ਦਾ ਮਤਲਬ ਸਪਸ਼ਟਤਾ ਜਾਂ ਸ਼ੁੱਧਤਾ। ਠੀਕ ਹੈ, ਆਪਾਂ ਗੱਲਾਂ 'ਚ ਕਹਿੰਦੇ ਨਾ ਤੁਹਾਨੂੰ ਇਸ ਗੱਲ ਦੀ ਕਲੈਰਿਟੀ ਹੈ ਕਿ ਨਹੀਂ। ਜਾਂ ਨੈਕਸਟ ਦੂਸਰਾ ਵਰਡ ਹੈ ਕਲੈਰੀਫਿਕੇਸ਼ਨ। ਕਲੈਰੀਫਿਕੇਸ਼ਨ ਯਾਨੀ ਕਿ ਸਪਸ਼ਟੀਕਰਨ। ਠੀਕ ਹੈ, ਸਪਸ਼ਟੀਕਰਨ, ਕਿਸੇ ਗੱਲ ਨੂੰ ਸਮਝਣਾ ਹੋਏ ਤਾਂ ਅਸੀਂ ਉਸ ਦਾ ਸਪਸ਼ਟੀਕਰਨ ਮੰਗਦੇ ਹਾਂ ਜਾਂ ਕਲੈਰੀਫਿਕੇਸ਼ਨ ਮੰਗਦੇ ਹਾਂ। ਤੋ ਉਸ ਤੋਂ ਬਾਅਦ ਉਡਾਨ ਦੀਆਂ 3 ਸ਼ੀਟਾਂ ਆਈਆਂ ਹੋਈਆਂ। ਸਭ ਤੋਂ ਪਹਿਲਾਂ ਉਡਾਨ ਦੀ 6ਵੀਂ ਤੋਂ ਲੈ ਕੇ 8ਵੀਂ ਤੱਕ ਦੀ ਸ਼ੀਟ ਜਿਹੜੀ ਹੈ ਉਹਦੇ ਵਿੱਚ ਜਿਹੜੇ ਕੁਐਸਚਨ ਆਏ ਨੇ, ਕੁਐਸਚਨ ਨੰਬਰ 61, ਇਲੈਕਟ੍ਰੀਕਲ ਕਰੰਟ ਜਾਂ ਬਿਜਲੀ ਦੀ ਧਾਰਾ ਨੂੰ ਮਾਪਣ ਵਾਲੇ ਯੰਤਰ ਨੂੰ ਕੀ ਕਹਿੰਦੇ ਨੇ। ਇਹਨਾਂ ਦੇ ਆਨਸਰ ਮੈਂ ਨਹੀਂ ਦੱਸਣੇ,
ਤੇ ਤੁਸੀਂ ਇਹ ਦੇਖਣੇ ਆ, ਜਾਂ ਤਾਂ ਤੁਹਾਨੂੰ ਆਉਂਦੇ ਹੋਣਗੇ ਜਾਂ ਤੁਸੀਂ ਗੂਗਲ ਤੇ ਸਰਚ ਕਰੋ, ਠੀਕ ਹੈ, ਜਾਂ ਐਸੇ ਸਾਇੰਸ ਦੀਆਂ ਕਿਤਾਬਾਂ ਵਿੱਚ ਲੱਭੋ, ਸਾਇੰਸ ਨਾਲ ਰਿਲੇਟਿਡ ਹੈ, ਠੀਕ ਹੈ। ਮੈਥਮੈਟਿਕਸ ਦੇ ਵੀ ਕੁਛ ਆਏ ਹੋਏ ਨੇ ਇਸ ਵਿੱਚ, ਜਿਸ ਤਰ੍ਹਾਂ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ। ਓਕੇ, ਇਸ ਤੋਂ ਬਾਅਦ ਦੇਖਦੇ ਹਾਂ 9ਵੀਂ ਤੇ 10ਵੀਂ ਦੀ ਸ਼ੀਟ। BCG ਦੀ ਵੈਕਸੀਨ ਦੀ ਵਰਤੋਂ ਕਿਸ ਬਿਮਾਰੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ, ਠੀਕ ਹੈ। ਛੋਟੇ ਛੋਟੇ ਬੱਚੇ ਹੁੰਦੇ ਨੇ ਨਾ, ਉਹਨਾਂ ਨੂੰ ਇੱਕ ਪੀਰੀਅਡ ਤੋਂ ਬਾਅਦ ਕੁਛ ਸਮੇਂ ਤੋਂ ਬਾਅਦ ਵੈਕਸੀਨ ਲਗਾਈ ਜਾਂਦੀ ਹੈ, ਇੰਜੈਕਸ਼ਨ ਲਗਾਏ ਜਾਂਦੇ ਨੇ। ਉਹਨਾਂ ਵਿੱਚੋਂ ਇੱਕ ਇੰਪੋਰਟੈਂਟ ਹੈ BCG ਦਾ ਟੀਕਾ। ਤਾਂ ਇਹ ਕਿਹੜੀ ਬਿਮਾਰੀਆਂ ਤੋਂ ਬਚਣ ਲਈ ਲਗਾਇਆ ਜਾਂਦਾ ਹੈ? ਆਈ ਵੁੱਡ ਐਕਸਪੈਕਟ ਕਿ ਤੇ ਇਹਨਾਂ ਦੇ ਆਨਸਰ ਤੁਸੀਂ ਅਗਰ ਆਉਂਦੇ ਆ ਤਾਂ ਠੀਕ ਹੈ, ਨਹੀਂ ਤਾਂ ਯੂ ਸ਼ੁੱਡ ਗੂਗਲ, ਲੱਭੋ ਇਹਨਾਂ ਨੂੰ, ਹੈ ਨਾ। OMR ਦਾ ਪੂਰਾ ਨਾਮ ਕੀ ਹੈ? OMR ਸ਼ੀਟ ਤੁਸੀਂ ਸੁਣੀ ਹੋਣੀ ਹੈ ਬੋਰਡ ਦੀ ਕਲਾਸਾਂ ਵਿੱਚ, ਜਾਂ ਕੰਪੀਟੀਸ਼ਨ ਦੇ ਪੇਪਰ ਹੁੰਦੇ ਨੇ, ਜਦੋਂ NTSC ਦਾ ਪੇਪਰ ਹੁੰਦਾ ਹੈ, NMMS ਦਾ ਪੇਪਰ ਹੁੰਦਾ ਹੈ, ਤਾਂ ਉਦੋਂ ਜਿਹੜਾ ਆਪਾਂ ਕੁਐਸਚਨਾਂ ਦੇ ਆਨਸਰ ਦਿੰਦੇ ਹਾਂ ਤੇ ਉੱਪਰ ਗੋਲ ਗੋਲ ਸਰਕਲ ਦੇ ਵਿੱਚ ਆਪਾਂ ਆਨਸਰ ਨੂੰ ਡਾਰਕ ਕਰਦੇ ਹਾਂ, ਉਹ ਵਾਲੀ ਸ਼ੀਟ ਜਿਹੜੀ ਹੁੰਦੀ ਹੈ ਨਾ, ਉਹ ਫਿਰ OMR ਸ਼ੀਟ ਕਹਿੰਦੇ। ਤੇ OMR ਦੀ ਫੁੱਲ ਫਾਰਮ ਕੀ ਹੈ ਤੁਸੀਂ ਖੁਦ ਲੱਭੋਗੇ। ਨੈਕਸਟ ਸ਼ੀਟ ਜਿਹੜੀ ਹੈ +1 2 ਲਈ, ਉਸ ਵਿੱਚ ਕੁਐਸਚਨ ਆਇਆ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਦੁੱਧ ਦੀ ਸੰਘਣਤਾ ਮਾਪਣ ਲਈ ਵਰਤਿਆ ਜਾਂਦਾ ਹੈ, ਠੀਕ ਹੈ। ਡੈਂਸਿਟੀ ਆਫ ਮਿਲਕ ਨੂੰ ਮੈਜ਼ਰ ਕਰਨ ਵਾਸਤੇ ਕਿਹੜਾ ਇੰਸਟਰੂਮੈਂਟ ਯੂਜ਼ ਕੀਤਾ ਜਾਂਦਾ ਹੈ? ਸੁਪਰਨੋਵਾ ਕੀ ਹੈ? ਓਕੇ, ਸੋ ਇਸ ਤਰ੍ਹਾਂ ਬੜਾ ਇੰਟਰਸਟਿੰਗ ਅੱਜ ਦਾ ਸ਼ਡਿਊਲ ਹੈ ਤੁਹਾਡਾ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਬਿਜ਼ੀ ਰਹੋਗੇ। ਤੇ ਕਿਸ ਇੱਕ ਵਾਰੀ ਫਿਰ ਸਮਰਾਈਜ਼ ਕਰ ਦਿੰਦੇ ਹਾਂ, ਰਿਵਾਈਜ਼ ਕਰ ਦਿੰਦੇ ਹਾਂ ਕਿ ਕਿਸ ਸਾਧਨਾ, ਕਿਹੜੇ ਸਾਧਨਾਂ ਦੇ ਉੱਤੇ ਤੁਸੀਂ ਅੱਜ ਪੜ੍ਹਾਈ ਕਰਨੀ ਹੈ। ਸਭ ਤੋਂ ਪਹਿਲਾਂ DD ਪੰਜਾਬੀ ਦੇ ਉੱਪਰ 9ਵੀਂ 10ਵੀਂ ਦੇ ਸਟੂਡੈਂਟਸ ਆਪਣੇ ਲੈਸਨ ਦੇਖਣ, ਫਿਰ ਸਵੈਮ ਪ੍ਰਭਾ ਚੈਨਲ